ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਮੈਨੂੰ ਦੇਖ ਕੇ ਕਿੰਨੀਆਂ ਟਰਾਲੀਆਂ ਜਿਹੜੀਆਂ ਸਾਡੇ ਪਿੰਡ ਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੂਚ ਕੀਤੀਆਂ ਆ ਕੇ ਇਸ ਅੰਦੋਲਨ ਦਾ ਹਿੱਸਾ ਬਣੀਆਂ। ਦਿੱਲੀ ਦੇ ਵਿੱਚ ਕੁੜੀਆਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੀਆਂ, ਪਰ ਇਸ ਅੰਦੋਲਨ ਦੇ ਵਿੱਚ ਕੁੜੀਆਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀਆਂ ਨੇ। ਅੱਜ ਮੈਂ 20 ਸਾਲ ਦੀ ਹਾਂ, BA ਫਸਟ ਈਅਰ ਵਿੱਚ ਪੜ੍ਹ ਰਹੀ ਹਾਂ। ਅੱਜ ਇੱਥੇ ਸਾਨੂੰ ਆਪਣੇ ਹੱਕਾਂ ਦੇ ਲਈ ਇੱਥੇ ਆ ਕੇ ਧਰਨਿਆਂ ਵਿੱਚ ਬਹਿਣਾ ਪੈ ਰਿਹਾ ਹੈ। ਜੇ ਤਾਂ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਸਾਡੇ ਭਵਿੱਖ ਬਾਰੇ ਸੋਚਣ ਦੀ। ਜਿਵੇਂ ਇੱਕ ਗਵਾਂਢੀ ਹੈ, ਉਹਨੂੰ ਆਪਾਂ ਰੋਟੀ ਦਿੰਦੇ ਹਾਂ ਕਿ ਪੁੱਤਾ ਰੋਟੀ ਖਾ ਲੈ ਤੂੰ, ਆ ਤੇਰੇ ਫਾਇਦੇ ਲਈ ਆ। ਉਹ ਕਹਿ ਰਿਹਾ ਕਿ ਮੈਂ ਰੋਟੀ ਨਹੀਂ ਖਾਣੀ ਹੈਗੀ, ਤੂੰ ਰੋਟੀ ਇੱਥੋਂ ਲੈ ਜਾ। ਉਹਨਾਂ ਆਪਾਂ ਫਾਇਦੇ ਗਿਣਾਉਣ 'ਤੇ ਲੱਗੇ ਹੋਏ ਆ, ਰੋਟੀ ਦੇ ਆਹ ਫਾਇਦੇ ਤੂੰ ਖਾ, ਤੈਨੂੰ ਆਹ ਫਾਇਦਾ ਹੋਏਗਾ। ਉਹ ਕਹਿ ਰਿਹਾ ਕਿ ਮੈਂ ਰੋਟੀ ਨਹੀਂ ਖਾਣੀ ਹੈਗੀ, ਨਹੀਂ ਖਾਣੀ, ਉਹਨੂੰ ਜ਼ਬਰਦਸਤੀ ਰੋਟੀ ਖਵਾਉਣ 'ਤੇ ਲੱਗੇ ਹੋਏ ਆ। ਪੰਜਾਬ ਦੀ ਧਰਤੀ ਤੇ ਜਿਸ ਥਾਂ ਤੇ ਭਗਤ ਸਿੰਘ ਦਾ ਖੂਨ ਡਿੱਗਿਆ ਸੀ, ਉੱਥੋਂ ਇੱਕ ਭਗਤ ਸਿੰਘ ਪੈਦਾ ਹੋ ਰਿਹਾ। ਤੂੰ ਭਗਤ ਸਿੰਘ ਤੁਸੀਂ ਇੱਥੇ ਦੇਖ ਸਕਦੇ ਹੋ। ਕਹਿੰਦੇ ਕਿ ਜਿਸ ਦੇਸ਼ ਦਾ ਅੰਨਦਾਤਾ ਜਿਹੜਾ ਹੈ ਉਹ ਮਤਲਬ ਖੁਸ਼ਹਾਲ ਨਾ ਹੋਵੇ, ਉਹ ਦੇਸ਼ ਕਦੇ ਵੀ ਖੁਸ਼ਹਾਲ ਨਹੀਂ ਹੋ ਸਕਦਾ। ਮੈਨੂੰ ਬੜੀ ਸ਼ਰਮ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਸ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਸੀ ਨਾ, ਉਸ ਦਿਨ ਸਾਡੇ ਦੇਸ਼ ਦਾ ਜਿਹੜਾ ਯੂਥ ਹੈ ਰਾਸ਼ਟਰੀ ਬੇਰੁਜ਼ਗਾਰ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਸੀ। ਔਨ ਏਅਰ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਇਸ ਵੇਲੇ ਅਸੀਂ ਮੌਜੂਦ ਹਾਂ ਗਾਜ਼ੀਪੁਰ ਬਾਰਡਰ ਦੇ ਉੱਤੇ। ਪੰਜਾਬ ਦੀ ਇੱਕ ਅਜਿਹੀ ਧੀ ਦੇ ਨਾਲ ਮਿਲਾਉਣਾ ਤੁਹਾਨੂੰ ਚਾਹਾਂਗੇ। ਇਸ ਬਾਰਡਰ ਦੇ ਉੱਤੇ ਸਾਡੇ ਨਾਲ ਮੌਜੂਦ ਨੇ ਉਹ ਮਨਪ੍ਰੀਤ ਕੌਰ ਨਾਮ ਆ ਉਹਨਾਂ ਦਾ। ਗੁਰਦਾਸਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ। ਇਕੱਲੇ ਹੀ ਇੱਥੇ ਆ ਗਏ ਨੇ ਕਿਉਂਕਿ ਉਹਨਾਂ ਦੇ ਪਿੰਡੋਂ ਜਿਹੜਾ ਆ ਕੋਈ ਤੁਰ ਨਹੀਂ ਰਿਹਾ ਸੀਗਾ, ਸੰਘਰਸ਼ ਦੇ ਵਿੱਚ ਕੋਈ ਆਇਆ ਨਹੀਂ। ਪਰ ਇਹ ਧੀ ਜਿਹੜੀ ਆ ਇਕੱਲੀ ਪੰਜਾਬ ਤੋਂ ਇੱਥੇ ਜਿਹੜਾ ਆ ਬਾਰਡਰ ਦੇ ਉੱਤੇ ਆ ਡਟੀ ਹੈ ਅਤੇ ਭੁੱਖ ਹੜਤਾਲ 'ਤੇ ਵੀ ਇਹ ਜਿਹੜਾ ਸਟੇਜ ਦੇ ਉੱਤੇ ਬੈਠੇ ਸੀ ਇੱਕ ਦਿਨ। ਸਵਾਗਤ ਹੈ ਜੀ ਪਹਿਲਾਂ ਔਨ ਏਅਰ ਦੇ ਉੱਤੇ ਤੁਹਾਡਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਕਿੱਦਾਂ ਹੈ ਨਾ ਸਬੱਬ ਬਣਿਆ ਵੀ ਇਕੱਲਿਆਂ ਹੀ ਜਾਇਆ ਜਾਵੇ, ਵੀ ਪਿੰਡੋਂ ਕੋਈ ਤੁਰ ਨਹੀਂ ਰਿਹਾ ਸੀ, ਘਰਦਿਆਂ ਨੇ ਆਉਣ ਦੇਤਾ, ਪਰਮਿਸ਼ਨ ਦਿੱਤੀ, ਜਾਂ ਕਹਿ ਲਈਏ ਵੀ ਇੱਕ ਇਕੱਲੀ ਕੁੜੀ ਜਿਹੜੀ ਹੈ ਨਾ ਕਿਹਾ ਜਾਂਦਾ ਵੀ ਦਿੱਲੀ ਦੇ ਵਿੱਚ ਤਾਂ ਵੈਸੇ ਹੀ ਕੁੜੀਆਂ ਸੇਫ ਨਹੀਂ ਗੀਆਂ, ਦਿੱਲੀ ਦੀਆਂ ਕੁੜੀਆਂ ਹੀ ਸੇਫ ਨਹੀਂ ਗੀਆਂ। ਪੰਜਾਬ ਦੇ ਵਿੱਚ ਵੀ ਜੇ ਆਪਾਂ ਕਹੀਏ ਵੀ ਘਰੋਂ ਜੇ ਕਿਸੇ ਮੁੰਡੇ ਨੇ ਵੀ ਜਾਣਾ ਹੋਵੇ ਨਾ, ਘਰ ਦੇ ਪੁੱਛਦੇ ਆ ਹਾਂ ਵੀ ਕਿੱਧਰ ਨੂੰ ਚੱਲਿਆ ਹੈ ਨਾ। ਕੁੜੀ ਦਾ ਇੰਨੀ ਦੂਰ ਤੱਕ ਆਉਣਾ ਜਦੋਂ ਪਿੰਡੋਂ ਕੋਈ ਤੁਰ ਨਹੀਂ ਰਿਹਾ ਸੀਗਾ, ਕਿੱਦਾਂ ਦਾ ਸਫ਼ਰ ਰਿਹਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਿੰਘੂ ਬਾਰਡਰ ਆਈ ਸੀ। ਆਪਾਂ ਉੱਥੇ ਆਏ ਸੀ, ਆਪਾਂ ਘਰਦਿਆਂ ਨਾਲ ਸਲਾਹ ਕੀਤੀ ਕਿ ਆਪਾਂ ਸਿੰਘੂ ਬਾਰਡਰ 'ਤੇ ਜਾਈਏ। ਸਾਡੇ ਜਿਹੜੇ ਪੰਜਾਬ ਦੇ ਜਿਹੜੇ ਕਿਸਾਨ ਹੈ ਸਾਰੇ ਉੱਥੇ ਧਰਨਿਆਂ 'ਤੇ ਬੈਠੇ ਹੋਏ ਨੇ। ਅਤੇ ਜਦੋਂ ਆਪਾਂ ਪਿੰਡ ਵਾਲਾ ਵੇਖਿਆ, ਪਿੰਡ 'ਤੇ ਕੋਈ ਪਹਿਲਾਂ ਜਾ ਨਹੀਂ ਸੀ ਰਿਹਾ। ਫਿਰ ਮੈਂ ਪਾਪਾ ਨੂੰ ਕਿਹਾ ਕਿ ਅਸੀਂ ਇਕੱਲੇ ਚਲੇ ਜਾਂਦੇ ਹਾਂ, ਕੋਈ ਗੱਲ ਨਹੀਂ, ਜਾ ਕੇ ਸਾਨੂੰ ਨਾ ਸਾਥ ਦੇਣਾ ਚਾਹੀਦਾ, ਸਾਡੇ ਵੀਰ ਭਰਾ ਬੈਠੇ ਨੇ। ਫਿਰ ਮੈਂ ਬੱਸ 'ਤੇ ਚੜ੍ਹ ਕੇ ਇਕੱਲੀ ਇੱਥੇ ਆਈ ਸੀ। ਉਦੋਂ ਵੀ ਮੈਂ 10 ਦਿਨ ਇਕੱਲੀ ਰਹੀ ਸੀ, ਸੇਫ ਮਹਿਸੂਸ ਕੀਤਾ ਸੀ ਆਪਣੇ ਆਪ ਨੂੰ ਅੰਦੋਲਨ ਦੇ ਵਿੱਚ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਦੇ ਵਿੱਚ ਕੁੜੀਆਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੀਆਂ, ਪਰ ਇਸ ਅੰਦੋਲਨ ਦੇ ਵਿੱਚ ਕੁੜੀਆਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀਆਂ ਨੇ। ਮੈਂ 10 ਦਿਨ ਪੂਰੀ ਇਕੱਲੀ ਰਹੀ ਸੀ। ਫਿਰ ਜਦੋਂ ਇੱਥੋਂ ਵਾਪਸ ਗਏ, ਵਾਪਸ ਜਾਣ ਤੋਂ ਬਾਅਦ ਜਦੋਂ ਸਾਡੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਸਾਡੀ ਪਿੰਡ ਦੀ ਕੁੜੀ ਇਕੱਲੀ ਆਈ ਹੈ, ਉੱਥੋਂ ਰਹਿ ਕੇ ਆਈ ਹੈ, ਫਿਰ ਮੈਨੂੰ ਗੁਰਦੁਆਰਾ ਸਾਹਿਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ, ਪਿੰਡ ਦੇ ਸਰਪੰਚ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ। ਫਿਰ ਸਾਡੇ ਪਿੰਡ ਦੇ ਲੋਕ ਵੀ ਇੱਧਰ ਨੂੰ ਕੂਚ ਕੀਤੇ ਸੀ, ਦਿੱਲੀ ਵੱਲ ਨੂੰ ਆਏ ਸੀ। ਲੋਕ ਇੰਸਪਾਇਰ ਹੋ ਕੇ ਆਏ ਸੀ ਕਿ ਸਾਡੇ ਪਿੰਡ ਦੀ ਇਕੱਲੀ ਕੁੜੀ ਜਾ ਕੇ ਜਿਹੜੀ ਹੈ ਦਿੱਲੀ ਸਾਡਾ ਨਾਮ ਰੋਸ਼ਨ ਕਰਕੇ ਸਾਡੇ ਪਿੰਡ ਦਾ, ਤੇ ਸਾਨੂੰ ਵੀ ਜਿਹੜਾ ਜਾਣਾ ਚਾਹੀਦਾ ਹੈ। ਕਿਤੇ ਨਾ ਕਿਤੇ ਇਹ ਗੱਲ ਇਹ ਵੀ ਆ ਜਾਂਦੀ ਆ, ਸ਼ਰਮ ਵੀ ਆਉਂਦੀ ਆ ਕਈ ਲੋਕਾਂ ਨੂੰ, ਹਾਂ ਵੀ ਅਸੀਂ ਨਹੀਂ ਤੁਰੇ। ਪਿੰਡ ਵਾਲਿਆਂ ਨੂੰ ਇਹ ਵੀ ਗੱਲ ਸੋਚਣੀ ਮੈਨੂੰ ਲੱਗਦਾ ਆਈ ਹੋਊਗੀ ਦਿਮਾਗ ਦੇ ਵਿੱਚ, ਹਾਂ ਯਾਰ ਅਸੀਂ ਨਹੀਂ ਤੁਰੇ, ਸਾਡੇ ਪਿੰਡ ਦੀ ਕੁੜੀ ਉੱਥੇ ਜਾਈ ਹੈ ਨਾ। ਹਾਂਜੀ, ਹੋ ਸਕਦਾ ਉਹਨਾਂ ਦੇ ਦਿਮਾਗ ਵਿੱਚ ਆਇਆ ਹੋਵੇ। ਚਲੋ ਵਧੀਆ ਹੈ। ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਮੈਨੂੰ ਦੇਖ ਕੇ ਕਿੰਨੀਆਂ ਟਰਾਲੀਆਂ ਜਿਹੜੀਆਂ ਸਾਡੇ ਪਿੰਡ ਦੀਆਂ ਜਿਹੜੀਆਂ ਦਿੱਲੀ ਵੱਲ ਨੂੰ ਕੂਚ ਕੀਤੀਆਂ ਆ ਕੇ ਇਸ ਅੰਦੋਲਨ ਦਾ ਹਿੱਸਾ ਬਣੀਆਂ। ਬਹੁਤ ਵਧੀਆ ਵੀ ਸੀ ਉਹ ਮੂਵਮੈਂਟ ਮੇਰੇ ਲਈ ਜੀ। ਤਾਂ ਮਨਪ੍ਰੀਤ ਜੇ ਗੱਲ ਕਰੀਏ ਹੈ ਨਾ, ਲਗਾਤਾਰ ਤੁਸੀਂ ਜਿਵੇਂ ਦੱਸਿਆ ਸੀ ਕਿ ਮੈਂ 18 ਤਰੀਕ ਤੋਂ ਹੁਣ ਜਿਹੜਾ ਗਾਜ਼ੀਪੁਰ ਬਾਰਡਰ ਦੇ ਉੱਤੇ ਆਈ ਹੋਈ ਹਾਂ। ਇੱਥੇ ਕੁਝ ਵੀਰ ਦੱਸ ਰਹੇ ਸੀ ਕਿ ਕੁਝ ਵਿਧਾਇਕਾਂ ਵੱਲੋਂ ਆ ਕੇ, BJP ਦੇ ਕੁਝ ਵਿਧਾਇਕਸ ਵੱਲੋਂ ਆ ਕੇ ਇੱਥੇ ਹਮਲਾ ਕੀਤਾ ਜਾਂਦਾ, ਨਾਲ ਗੁੰਡੇ ਲੈ ਕੇ ਆਉਂਦੇ ਨੇ। ਉਹ 28 ਤਰੀਕ ਦਾ ਵਾਕਿਆ ਜਿਹੜਾ ਰਾਤ ਦਾ ਤੁਸੀਂ ਇੱਥੇ ਸੀ, ਕੀ ਅਨੁਭਵ ਰਿਹਾ, ਕਿੱਦਾਂ ਦਾ ਸੀ ਮਾਹੌਲ? ਉਸ ਦਿਨ ਆਪਾਂ ਜਿਵੇਂ ਤਾਂ ਮੈਂ 17 ਤਰੀਕ ਤੋਂ ਇੱਥੇ ਹੀ ਹਾਂ, 17 ਤਰੀਕ ਤੋਂ ਲੈ ਕੇ ਹੁਣ ਤੱਕ ਇੱਥੇ ਹੀ ਆਪਾਂ 18 ਤਰੀਕ ਨੂੰ ਭੁੱਖ ਹੜਤਾਲ 'ਤੇ ਬੈਠੇ ਸੀ। 26 ਦਾ ਪ੍ਰੋਗਰਾਮ ਵੀ ਜਿਹੜਾ ਹੋਇਆ ਉਹ ਵੀ ਆਪਾਂ ਰੈਲੀ ਦੇ ਨਾਲ ਹੀ ਗਏ ਸੀ। ITO ਤੋਂ ਆਪਾਂ ਵਾਪਸ ਹੋ ਗਏ ਸੀ ਕਿਉਂਕਿ ਉੱਥੇ ਜਿਹੜੇ ਇੱਕ ਵੀਰ ਸ਼ਹੀਦ ਹੋ ਗਿਆ ਸੀ, ਉੱਥੋਂ ਫਿਰ ਆਪਾਂ ਵਾਪਸ ਹੋ ਗਏ। ਉਸ ਤੋਂ ਬਾਅਦ ਅਗਲੇ ਦਿਨ ਵੀ ਸਟੇਜ ਨਹੀਂ ਲੱਗੀ ਇੱਥੇ, ਕਿਉਂਕਿ ਉਸ ਦਿਨ ਅਗਲੇ ਦਿਨ ਸ਼ਰਧਾਂਜਲੀ ਦਿੱਤੀ ਸੀ ਉਸ ਵੀਰ ਨੂੰ, ਸਟੇਜ ਨਹੀਂ ਲੱਗੀ। ਫਿਰ ਉਸ ਤੋਂ ਅਗਲੇ ਦਿਨ 28 ਤਰੀਕ ਨੂੰ ਸਟੇਜ ਇੱਥੇ ਲਗਾਈ ਗਈ, ਪ੍ਰੋਪਰ ਤਰੀਕੇ ਦੇ ਨਾਲ ਲਗਾਈ ਗਈ ਸੀ। ਫਿਰ ਉਸ ਤੋਂ ਬਾਅਦ ਸ਼ਾਮੀ ਜਿਹੜੀ ਹੈ ਥੋੜ੍ਹਾ ਜਿਹਾ ਇੱਥੇ ਹਲਬੜੀ ਮੱਚਣ ਲੱਗ ਪਈ। ਜਿਹੜੀ ਪੁਲਿਸ ਫੋਰਸ ਨੇ ਸਾਰੇ ਆਸੋ ਪਾਸੋਂ ਘੇਰ ਲਿਆ ਸੀ ਕਿ ਕਿਸੇ ਦਾ ਕਿ ਇਹ ਅੰਦੋਲਨ ਖਤਮ ਕਰ ਦਿੱਤਾ ਜਾਵੇ, ਕਿ ਇਸ ਅੰਦੋਲਨ ਖਤਮ ਕਰਨ ਦੀ ਪੂਰੀ ਜਿਹੜੀ ਤਕਰੀਬ ਤਿਆਰੀ ਹੋ ਗਈ ਸੀ। ਲੇਕਿਨ ਫਿਰ ਵੀ ਜਿਹੜੇ ਸਾਡੇ ਇੱਥੋਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਤਰੀਕੇ ਨੂੰ ਸੰਭਾਲਿਆ। ਜਿਵੇਂ ਡਕੈਤ ਸਾਹਿਬ ਨੇ ਇਸ ਤਰੀਕ ਨੂੰ ਪੂਰੇ ਮਤਲਬ ਮੈਨੇਜ ਕੀਤਾ। ਇੱਥੋਂ ਪਹਿਲਾਂ ਹੀ ਕੁੜੀਆਂ ਨੂੰ ਮਤਲਬ
ਸੇਫ ਉਹਨਾਂ ਨੂੰ ਭੇਜ ਦਿੱਤਾ ਸੀ ਵਾਪਸ ਕਿ ਉਹਨਾਂ ਤੇ ਕਿਸੇ ਤਰੀਕੇ ਦਾ ਕੋਈ ਹਮਲਾ ਨਾ ਹੋਵੇ, ਕਿਸੇ ਤਰੀਕੇ ਨਾਲ ਉਹਨਾਂ ਨੂੰ ਕੋਈ ਆਂਚ ਨਾ ਆਵੇ। ਬਹੁਤ ਵਧੀਆ ਲੱਗਾ ਸੀ ਕਿ ਸਭ ਤੋਂ ਪਹਿਲਾਂ ਧੀਆਂ ਦੀ ਸੇਫਟੀ ਬਾਰੇ ਇੱਥੇ ਸੋਚਿਆ ਗਿਆ ਹੈ। ਉਹਨਾਂ ਨੇ ਆਪਣੇ ਬਾਰੇ ਨਹੀਂ ਸੋਚਿਆ ਹੈਗਾ ਕਿ ਜਿਹੜੀਆਂ ਇੱਥੇ ਮਹਿਲਾਵਾਂ ਮੌਜੂਦ ਨੇ, ਜਿਹੜੇ ਬੱਚੇ ਮੌਜੂਦ ਨੇ, ਪਹਿਲਾਂ ਉਹਨਾਂ ਨੂੰ ਸੇਫ ਕੀਤਾ। ਸਾਨੂੰ 7 ਵਜੇ ਇੱਥੋਂ ਭੇਜ ਦਿੱਤਾ ਸੀ, ਫਿਰ ਉਸ ਤੋਂ ਬਾਅਦ ਜਿਹੜਾ ਹੈ ਅੱਗੋਂ ਦੀ ਕਾਰਵਾਈ ਇਹਨਾਂ ਦੀ ਜਥੇਬੰਦੀਆਂ ਨੇ ਕੀਤੀ ਸੀ। ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਰਿਜ਼ਲਟ ਕੀ ਰਿਹਾ ਹੈ ਕਿ ਜਿਹੜੇ ਲੋਕ ਹੈ ਹੋਰ ਟਰਾਲੀਆਂ ਭਰ ਕੇ ਇੱਥੇ ਆ ਰਹੇ ਨੇ। ਜਿਹੜਾ ਇਹ ਅੰਦੋਲਨ ਖਤਮ ਹੋਣ ਤੇ ਆ ਗਿਆ ਸੀ, ਲੇਕਿਨ ਅੰਦੋਲਨ ਹੁਣ ਜਿਹੜਾ ਦੁਬਾਰਾ ਤੋਂ ਨਵੀਂ ਜਾਨ ਪਈ ਹੈ, ਇਹਦੇ ਵਿੱਚ ਲੋਕ ਜਿਹੜੇ ਦੁਬਾਰਾ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹੈ। ਬਹੁਤ ਵਧੀਆ ਲੱਗ ਰਿਹਾ ਕਿ ਅੰਦੋਲਨ ਜਿਹੜਾ ਦੁਬਾਰਾ ਤੋਂ ਚੱਲ ਰਿਹਾ ਹੈ ਤੇ ਆਪਾਂ ਇਸ ਅੰਦੋਲਨ ਦਾ ਹਿੱਸਾ ਇੱਥੇ ਆ ਰਹੇ ਹਾਂ, ਦੇਖ ਰਹੇ ਹਾਂ, ਸਮਝ ਰਹੇ ਹਾਂ। ਅੱਜ ਦੀਆਂ ਮੌਜੂਦਾ ਸਰਕਾਰਾਂ ਜਿਹੜੀਆਂ ਨੇ ਉਹ ਦੇ ਦੇਸ਼ ਦੇ ਭਵਿੱਖ ਬਾਰੇ ਸੋਚ ਨਹੀਂ ਰਹੀਆਂ ਹੈਗੀਆਂ। ਅੱਜ ਮੈਂ 20 ਸਾਲ ਦੀ ਹਾਂ, BA ਫਸਟ ਈਅਰ ਵਿੱਚ ਪੜ੍ਹ ਰਹੀ ਹਾਂ। ਅੱਜ ਇੱਥੇ ਸਾਨੂੰ ਆਪਣੇ ਹੱਕਾਂ ਦੇ ਲਈ ਇੱਥੇ ਆ ਕੇ ਧਰਨਿਆਂ ਵਿੱਚ ਬਹਿਣਾ ਪੈ ਰਿਹਾ ਹੈ। ਜੇ ਤਾਂ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਸਾਡੇ ਭਵਿੱਖ ਬਾਰੇ ਸੋਚਣ ਦੀ ਕਿ ਸਾਡੇ ਭਵਿੱਖ ਬਾਰੇ ਸੋਚੀਏ ਅਸੀਂ ਆਪਾਂ ਫਿਊਚਰ ਵਿੱਚ ਕੀ ਕਰਨਾ ਹੈ, ਲੇਕਿਨ ਜਿਹੜੀਆਂ ਗੰਦੀਆਂ ਸਰਕਾਰਾਂ ਆਪਾਂ ਸੱਤਾ ਵਿੱਚ ਲਿਆ ਕੇ ਰੱਖ ਦਿੱਤੀਆਂ ਨੇ, ਜਿਨ੍ਹਾਂ ਨੇ ਦੇਸ਼ ਦੇ ਅੰਨਦਾਤਾ ਨੂੰ, ਦੇਸ਼ ਦੇ ਯੂਥ ਨੂੰ, ਦੇਸ਼ ਦੇ ਭਵਿੱਖ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਤਾਂ ਇੱਧਰ ਬਜ਼ੁਰਗ ਮੌਜੂਦ ਨੇ ਸਾਡੇ, ਇਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਕਈ ਕਹਿੰਦੇ ਆ ਜੀ ਕੀ ਕਰਨਾ ਉੱਥੇ ਜਾ ਕੇ, ਹਨਾ ਧਰਨੇ 'ਚ ਇੱਦਾਂ ਦੀਆਂ ਬਿਆਨਬਾਜ਼ੀਆਂ ਕਈ ਪਿੰਡਾਂ 'ਚ ਬੈਠੇ, ਕਈ ਹਲੇ ਵੀ ਲੋਕ ਕਈ ਕਰਦੇ ਨੇ। ਤੇ ਮੈਂ ਗੱਲ ਕਰੂੰਗਾ ਵੀ ਇਹ ਧੀ ਕਹਿੰਦੀ ਵੀ ਸਾਡੇ ਪਿੰਡੋਂ, ਇਹ ਭੈਣ ਕਹਿ ਰਹੀ ਹੈ ਵੀ ਸਾਡੇ ਪਿੰਡੋਂ ਕੋਈ ਤੁਰ ਨਹੀਂ ਰਿਹਾ ਸੀ, ਮੈਂ ਕੱਲੀ ਜਿਹੜੀ ਆ ਗੁਰਦਾਸਪੁਰ ਡਿਸਟ੍ਰਿਕਟ ਤੋਂ ਇਹ ਬਿਲੋਂਗ ਕਰਦੇ ਨੇ, ਮੈਂ ਕੱਲੀ ਬੱਸ ਚੜ੍ਹ ਕੇ ਇੱਥੇ ਆਈ। ਲੱਗਦਾ ਵੀ ਅਜਿਹੀਆਂ ਭੈਣਾਂ ਸਾਡੀਆਂ, ਅਜਿਹੀਆਂ ਧੀਆਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਆ, ਜਿਹੜੇ ਹਲੇ ਘਰਾਂ 'ਚੋਂ ਨਿਕਲ ਨਹੀਂ ਰਹੇ। ਕੀ ਲੱਗਦਾ ਤੁਹਾਨੂੰ? ਬਹੁਤ ਖੁਸ਼ੀ ਦੀ ਗੱਲ ਹੈ ਵੀ ਧੀ ਸਾਡੀ ਬਿਟਿਆ, ਮੈਂ ਵੀ ਗੁਰਦਾਸਪੁਰ ਤੋਂ ਹਾਂ, ਪ੍ਰਾਪਰ ਬਟਾਲੇ ਤੋਂ ਹਾਂ ਜੀ। ਅੱਜ ਕੱਲ੍ਹ ਅਸੀਂ ਮਤਲਬ 50 ਸਾਲ ਤੋਂ UP ਪੀਲੀ ਵਿੱਚ ਮੋਰਚਾ ਸੰਭਾਲਿਆ ਆ। ਤੇ ਕੁਝ ਸ਼ੁਰੂ ਵਿੱਚ ਅਟਕਲਾਂ ਸੀਗੀਆਂ ਵੀ ਉਹ ਨਹੀਂ ਜਾਣਾ ਚਾਹੀਦਾ ਜਾਂ ਬਿੱਲ ਗਲਤ ਨੇ ਜਾਂ ਸਹੀ, ਕੁਝ ਭਈਆਂ ਦੇ ਦਿਮਾਗ 'ਚ ਵੀ ਇਹ ਗੱਲ ਸੀ ਵੀ ਬਿੱਲ ਸਹੀ ਨੇ, ਪਰ ਬਿੱਲ 100% ਤੋਂ ਵੱਧ ਪਰਸੈਂਟ ਹੈ ਨਹੀਂ। 100% ਹੀ ਬਿੱਲ ਜਿੰਨੇ ਆ ਸਾਡੇ ਕਾਸ਼ਤਕਾਰਾਂ ਦੇ ਵਿਰੁੱਧ ਨੇ ਔਰ ਇਹ ਹਰ ਹਾਲਤ ਵਾਪਸ ਹੋਣੇ ਚਾਹੀਦੇ ਆ। ਤੇ ਇਹ ਬਿਟੀਆਂ ਨੇ ਜਿਹੜਾ ਹੌਸਲਾ ਵਧਾਇਆ ਆ। ਤੇ ਮੇਰਾ ਸੰਦੇਸ਼ਾ ਵੀ ਜਿਹੜੀ ਸਾਡੀਆਂ ਧੀਆਂ, ਨੌਹਾਂ, ਭੈਣਾਂ ਪਿੱਛੇ ਨੇ, ਉਹ ਇਹ ਬਿਟੀਆਂ ਦੀ ਸੇਧ ਲੈਣ ਤੇ ਉਹ ਸਾਨੂੰ ਵੀ ਮਤਲਬ ਕਹਿ ਵੀ ਆਓ ਡੈਡੀ ਲੈ ਜਾਓ, ਅਸੀਂ ਉਹਨਾਂ ਨੂੰ ਲਿਆਈਏ। ਤੇ ਮੇਰਾ ਤੇ ਨਿਵੇਦਨ ਸਾਰੇ ਭਾਰਤ ਵਰਸ਼ ਵਿੱਚ ਹਰ ਬਿਟੀਆਂ ਨੂੰ ਆ, ਜਿਸ ਤਰ੍ਹਾਂ ਇਹਨੇ ਹਿੰਮਤ ਕੀਤੀ ਹੈ, ਹਰ ਬੇਟੀ, ਸਾਡੀ ਨੌਂ ਇਸ ਤਰ੍ਹਾਂ ਹਿੰਮਤ ਕਰੇ। ਜੀ ਜੀ। ਤਾਂ ਭੈਣੇ ਜੇ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਸੰਘਰਸ਼ ਦੇ ਕੀ ਮਾਇਨੇ ਜਾਂ ਸਿੱਟੇ ਜਿਹੜੇ ਆ ਨਿਕਲ ਸਕਦੇ ਆ? ਇੱਕ ਪਾਸੇ ਤਾਂ ਜਿਹੜਾ ਜਿੱਦਾਂ ਕਿ ਤੁਸੀਂ ਕਿਹਾ ਵੀ ਉਸ ਦਿਨ ਗੁੰਡਿਆਂ ਨੂੰ ਭੇਜ ਦਿੱਤਾ ਜਾਂਦਾ ਹੈ, ਜਾਂ ਲੋਕ ਦੱਸ ਰਹੇ ਨੇ ਕਿ BJP ਦੇ ਵਿਧਾਇਕ ਖੁਦ ਆਉਂਦੇ ਨੇ ਜਿਹੜਾ ਗੁੰਡੇ ਲੈ ਕੇ। ਦੂਜੇ ਪਾਸੇ ਜਿਹੜਾ ਆ ਮੋਦੀ ਜੀ ਕਹਿ ਰਹੇ ਨੇ ਕਿ ਮੈਂ ਗੱਲਬਾਤ ਕਰਨ ਲਈ ਤਿਆਰ ਹਾਂ। ਅੱਜ ਇੱਕ ਬਿਆਨ ਆਉਂਦਾ ਮੋਦੀ ਜੀ ਦਾ, ਕਹਿੰਦੇ ਮੈਂ ਗੱਲਬਾਤ ਕਰਨ ਲਈ ਤਿਆਰ ਹਾਂ। ਅਸੀਂ ਸਰਕਾਰ ਚਾਹੁੰਦੀ ਹੈ ਕਿ ਬਿੱਲ ਜਿਹੜੇ ਆ, ਬਿੱਲਾਂ ਦੇ ਉੱਤੇ ਗੱਲਬਾਤ ਕੀਤੀ ਜਾਵੇ ਤੇ ਕਿਸਾਨ ਜਿਹੜੇ ਘਰੋਂ ਘਰੀ ਜਾਣ। ਉਹ ਕਹਿੰਦੇ ਅਸੀਂ ਤਾਂ ਮਸਲੇ ਦਾ ਹੱਲ ਕਰਨਾ ਚਾਹੁੰਦੇ ਆ, ਪਰ ਦੂਜੇ ਪਾਸੇ ਜਿਹੜਾ ਆ ਵੱਖ-ਵੱਖ ਬਾਰਡਰਸ ਦੇ ਉੱਤੇ, ਸਿੰਘੂ ਦੇ ਉੱਤੇ, ਟਿੱਕਰੀ ਦੇ ਉੱਤੇ ਜਾਂ ਇੱਥੇ ਜਿਹੜਾ ਆ ਗੁੰਡੇ ਭੇਜੇ ਜਾਂਦੇ। ਕੀ ਲੱਗਦਾ? ਜੇ ਇਹਨਾਂ ਨੇ ਹੱਲ ਕੱਢਣਾ ਹੁੰਦਾ ਤੇ ਗੁੰਡੇ ਕਿਉਂ ਭੇਜਣੇ ਸੀ? ਉਦੋਂ ਸਿੰਘੂ ਬਾਰਡਰ ਦੀ ਪੱਥਰਬਾਜ਼ੀ ਕੀਤੀ, ਸਾਡੇ ਜਿਹੜੇ ਕਿੰਨੇ ਜਿਹੜੇ ਭਰਾ ਜਿਹੜੇ ਜ਼ਖਮੀ ਹੋਏ ਸੀ, ਇੱਥੇ ਵੀ ਜਿਹੜੇ ਸਾਡੇ ਕਿੰਨੇ ਜਿਹੜੇ ਭਰਾ ਸ਼ਹੀਦ ਹੋ ਰਹੇ ਨੇ। ਜਿਹੜੇ ਕਿਸਾਨ ਹੁਣ ਵੀਰ ਕਹਿ ਰਿਹਾ ਕਿ ਮੈਨੂੰ ਇਹ ਬਿੱਲ ਨਹੀਂ ਚਾਹੀਦੇ ਹੈਗੇ, ਤੁਸੀਂ ਜ਼ਬਰਦਸਤੀ ਕਿਉਂ ਥੋਪਣ ਤੇ ਲੱਗੇ ਹੋਏ ਹੋ? ਜਿਵੇਂ ਇੱਕ ਗਵਾਂਢੀ ਹੈ, ਉਹਨੂੰ ਆਪਾਂ ਰੋਟੀ ਦਿੰਦੇ ਹਾਂ ਕਿ ਪੁੱਤਾ ਰੋਟੀ ਖਾ ਲੈ ਤੂੰ, ਆ ਤੇਰੇ ਫਾਇਦੇ ਲਈ। ਉਹ ਕਹਿ ਰਿਹਾ ਕਿ ਮੈਂ ਰੋਟੀ ਨਹੀਂ ਖਾਣੀ ਹੈਗੀ, ਤੂੰ ਰੋਟੀ ਇੱਥੋਂ ਲੈ ਜਾ। ਉਹਨਾਂ ਆਪਾਂ ਫਾਇਦੇ ਗਿਣਾਉਣ ਤੇ ਲੱਗੇ ਹੋਏ ਆ, ਰੋਟੀ ਦੇ ਆਹ ਫਾਇਦੇ ਤੂੰ ਖਾ, ਤੈਨੂੰ ਆਹ ਫਾਇਦਾ ਹੋਏਗਾ। ਉਹ ਕਹਿ ਰਿਹਾ ਕਿ ਮੈਂ ਰੋਟੀ ਨਹੀਂ ਖਾਣੀ ਹੈਗੀ, ਨਹੀਂ ਖਾਣੀ, ਉਹਨੂੰ ਜ਼ਬਰਦਸਤੀ ਰੋਟੀ ਖਵਾਉਣ ਦੇ ਲੱਗੇ ਹੋਏ ਆ। ਤੇ ਉਹ ਜਿਹੜੇ ਹਾਲਾਤ ਸਾਡੀ ਸਰਕਾਰ ਦੇ ਨੇ, ਆਪਾਂ ਕਿਸਾਨ ਵੀਰ ਕਹਿ ਰਹੇ ਮੈਨੂੰ ਬਿੱਲ ਨਹੀਂ ਚਾਹੀਦੇ ਹੈਗੇ, ਤੁਸੀਂ ਜ਼ਬਰਦਸਤੀ ਥੋਪਣ ਤੇ ਲੱਗੇ ਹੋਏ ਹੋ। ਅੱਜ ਇਸ ਅੰਦੋਲਨ ਦੇ ਵਿੱਚ ਸਾਡੇ ਨੌਜਵਾਨ ਵੀਰ ਵੀ ਆਏ ਹੋਏ ਆ, ਸਾਡੀਆਂ ਭੈਣਾਂ ਵੀ ਆ ਰਹੀਆਂ, ਮਹਿਲਾਵਾਂ ਵੀ ਆ ਰਹੀਆਂ, ਕਿਸਾਨ ਵੀਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਇਸ ਅੰਦੋਲਨ ਦੇ ਵਿੱਚੋਂ ਇੱਕ ਬੱਚਾ ਕ੍ਰਾਂਤੀਕਾਰੀ ਪੈਦਾ ਹੋ ਰਿਹਾ ਹੈ। ਕਹਿੰਦੇ ਨਾ ਪੰਜਾਬ ਦੀ ਧਰਤੀ ਦੇ ਜਿਸ ਥਾਂ ਤੇ ਭਗਤ ਸਿੰਘ ਦਾ ਖੂਨ ਡਿੱਗਿਆ ਸੀ, ਉੱਥੋਂ ਇੱਕ ਭਗਤ ਸਿੰਘ ਪੈਦਾ ਹੋ ਰਿਹਾ। ਤੋ ਭਗਤ ਸਿੰਘ ਤੁਸੀਂ ਇੱਥੇ ਦੇਖ ਸਕਦੇ ਹੋ, ਤੁਹਾਨੂੰ ਇੱਥੇ ਇੱਕ ਬੱਚੇ ਜੋ ਜਜ਼ਬਾ ਦਿਖੇਗਾ ਵੇਖਣ ਨੂੰ, ਤੁਹਾਨੂੰ ਇੱਕ ਜਿਹੜੀਆਂ ਮਹਿਲਾਵਾਂ 'ਚ ਜਜ਼ਬਾ ਵੇਖੇਗਾ, ਤੁਹਾਨੂੰ ਪਤਾ ਲੱਗੇਗਾ ਕਿ ਜਿਹੜੇ ਭਗਤ ਸਿੰਘ ਨੇ ਜਨਮ ਲੈ ਲਿਆ। ਤਾਂ ਅੱਜ ਜਿਹੜੇ ਇਸ ਯੂਥ ਦੇ ਵਿੱਚ ਹੈ ਨਾ, ਆਉਣ ਵਾਲੇ ਟਾਈਮ 'ਚ ਬਹੁਤ ਵੱਡੀ ਕ੍ਰਾਂਤੀ ਲੈ ਕੇ ਆਏਗਾ, ਦੇਸ਼ ਬਦਲ ਕੇ ਰੱਖੇਗਾ। ਇਹ ਅੰਦੋਲਨ ਜਿਹੜੀ ਹੈ ਇੱਕ ਨਵੀਂ ਰੂਪਰੇਖਾ ਦੇਗਾ ਸਾਡੇ ਜਿਹੜੇ ਦੇਸ਼ ਨੂੰ, ਇੱਕ ਨਵੀਂ ਸੇਧ ਦੇਗਾ ਸਾਡੇ ਆਉਣ ਵਾਲੇ ਯੂਥ ਨੂੰ। ਕੀ ਲੱਗਦਾ, ਮੇਰਾ ਆਖਰੀ ਸਵਾਲ ਹੈ ਵੀ ਸਰਕਾਰ ਜੇ ਇੱਕ ਵਿਅਕਤੀ ਨੂੰ ਦੱਬਣਾ ਚਾਹੁੰਦੀ ਹੈ, ਸਰਕਾਰ ਇੱਕ ਜਿਹੜਾ ਵਿਰੋਧੀ ਜਿਹੜਾ ਉਹਨਾਂ ਦਾ ਹੈਗਾ ਆ, ਸਰਕਾਰ ਦੇ ਜਿਹੜੇ ਬਾਗੀ ਨੇ, ਕਿਸੇ ਇੱਕ ਬਾਗੀ ਨੂੰ ਦੱਬਦੀ ਆ ਤਾਂ 100 ਬਾਗੀ ਖੜੇ ਹੋ ਜਾਂਦੇ ਨੇ। ਦੇਖੋ ਸਰਕਾਰ ਜਿਹੜੀ ਹੈ ਉਹੀ ਆਪਾਂ ਕਹਿ ਰਹੇ ਹਾਂ ਨਾ, ਤਾਨਾਸ਼ਾਹੀ ਸਰਕਾਰ ਹੈ ਤੇ ਤਾਨਾਸ਼ਾਹੀ ਕਰਨ ਤੇ ਲੱਗੀ ਹੋਈ ਹੈ। ਇਹ
ਸ਼ੁਰੂ ਤੋਂ ਪਹਿਲਾਂ ਸਾਡੇ ਦੇਸ਼ 70-72 ਸਾਲ ਹੋ ਚੁੱਕੇ ਆ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ, ਲੇਕਿਨ ਸਾਡਾ ਦੇਸ਼ ਉਹਨਾਂ ਡਿਵੈਲਪ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ, ਹੋਇਆ ਹੀ ਨਹੀਂ ਹੈ। ਨਾ ਸਾਡੇ ਦੇਸ਼ 'ਚ ਬੇਟੀਆਂ ਸੁਰੱਖਿਅਤ ਹੈ, ਨਾ ਸਾਡੇ ਦੇਸ਼ ਦਾ ਜਿਹੜਾ ਅੰਨਦਾਤਾ ਸੜਕਾਂ 'ਤੇ ਆਣ ਕੇ ਪ੍ਰੋਟੈਸਟ ਕਰਨ ਲਈ ਮਜਬੂਰ ਹੈ। ਕਹਿੰਦੇ ਕਿ ਜਿਸ ਦੇਸ਼ ਦਾ ਅੰਨਦਾਤਾ ਜਿਹੜਾ ਹੈ ਉਹ ਮਤਲਬ ਖੁਸ਼ਹਾਲ ਨਾ ਹੋਵੇ, ਉਹ ਦੇਸ਼ ਕਦੇ ਵੀ ਖੁਸ਼ਹਾਲ ਨਹੀਂ ਹੋ ਸਕਦਾ। ਨਾ ਇੱਥੋਂ ਦਾ ਅੰਨਦਾਤਾ ਸੁਰੱਖਿਅਤ ਹੈ, ਨਾ ਜਿਹੜਾ ਸਾਡੇ ਦੇਸ਼ ਦਾ ਯੂਥ ਹੈ ਉਹਨੂੰ ਰੋਜ਼ਗਾਰ ਮਿਲ ਰਿਹਾ ਹੈ। ਜਦੋਂ ਸਰਕਾਰ ਸੱਤਾ ਵਿੱਚ ਆਉਣ ਲੱਗੀ ਸੀ, ਇਹਨੇ ਵਾਅਦਾ ਕੀਤਾ ਸੀ 2 ਕਰੋੜ ਨੌਕਰੀਆਂ ਦਾ ਕੀਤਾ ਸੀ। ਕਿੰਨੂੰ ਨੌਕਰੀ ਮਿਲੀ? ਸਾਰੇ ਜਿਹੜੇ ਯੂਥ ਆ ਉਹ ਬੇਰੁਜ਼ਗਾਰ ਹੈ। ਮੈਨੂੰ ਬੜੀ ਸ਼ਰਮ ਦੇ ਨਾਲ ਕਹਿਣਾ ਪੈ ਰਿਹਾ ਕਿ ਜਿਸ ਦਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਸੀ ਨਾ, ਉਸ ਦਿਨ ਸਾਡੇ ਦੇਸ਼ ਦਾ ਜਿਹੜਾ ਯੂਥ ਹੈ ਰਾਸ਼ਟਰੀ ਬੇਰੁਜ਼ਗਾਰ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਸੀ। ਸਾਡੇ ਪ੍ਰਧਾਨ ਮੰਤਰੀ ਲਈ ਸ਼ਰਮ ਵਾਲੀ ਗੱਲ ਨਹੀਂ ਹੈ ਕਿ ਤੁਸੀਂ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ ਤੇ ਤੁਹਾਡੇ ਜਨਮ ਦਿਨ ਵਾਲੇ ਦਿਨ ਹੀ ਸਾਡੇ ਦੇਸ਼ ਦਾ ਜਿਹੜਾ ਨੌਜਵਾਨ ਹੈ ਉਹ ਰਾਸ਼ਟਰੀ ਬੇਰੁਜ਼ਗਾਰ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਸੀ। ਤੇ ਜਿਹੜੇ ਲੋਕ ਵਿਰੋਧੀ ਪੈਦਾ ਹੋ ਰਹੇ ਆ, ਜਿਹੜੇ ਕਿਸਾਨ, ਉਹਨਾਂ ਤੱਕ ਵਾਪਸ ਨਹੀਂ ਜਾਣਗੇ ਜਿੰਨਾ ਤੱਕ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਕਹਿੰਦੇ ਨੇ ਕਿ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ 100 ਖੜੇ ਹੋ ਜਾਂਦੇ ਆ, ਇੱਥੇ ਐਵੇਂ ਕੁਛ ਨਹੀਂ ਹੈ, ਤਾਂ ਸਾਰਾ ਦੇਸ਼ ਇਕੱਠਾ ਹੋ ਰਿਹਾ ਹੈ। ਤੁਸੀਂ ਇੱਥੇ ਮੈਂ ਦੇਖ ਰਹੀ ਹਾਂ ਕਿ ਇੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਰਾਜਨੀਤੀ ਕਰਦੇ ਸੀ, ਇਹਨਾਂ ਤੇ ਆਪਣੀ ਰੋਟੀਆਂ ਸੇਕਦੇ ਸੀ, ਲੇਕਿਨ ਇੱਥੇ ਆਣ ਕੇ ਸਾਰਾ ਦੇਸ਼ ਇਕੱਠਾ ਹੋ ਗਿਆ ਹੈ। ਇੱਥੇ ਜਿਹੜੇ ਮੁਸਲਿਮ ਭਾਈ ਉਹ ਵੀ ਲੰਗਰ ਲਗਾਉਂਦੇ ਆ, ਹਿੰਦੂ ਭਾਈ ਉਹ ਵੀ ਲੰਗਰ ਲਗਾ ਰਹੇ, ਸਿੱਖ ਭਾਈ ਵੀ ਲਗਾ ਰਹੇ ਆ, ਸਾਰੇ ਆਣ ਕੇ ਇੱਕੋ ਪੰਗਤ ਦੇ ਵਿੱਚ ਖਾ ਰਹੇ, ਆਣ ਕੇ ਸਾਰਾ ਦੇਸ਼ ਇਕੱਠਾ ਹੋ ਗਿਆ ਤੇ ਪੂਰੇ ਦੇਸ਼ ਤੋਂ ਲੋਕ ਆ ਰਹੇ ਆ। ਉਹ ਜਿਹੜੀ ਭੈਣ ਹੈ ਜਿਹੜੇ ਉੱਥੇ ਖੜੇ ਸੀ ਮੇਰੇ ਨਾਲ, ਉਹਨਾਂ ਨੇ ਪੁੱਛਿਆ ਸੀ ਉਹ ਕੋਲਕਾਤਾ ਤੋਂ ਆਏ ਨੇ, ਕੋਈ ਹਰਿਆਣਾ ਤੋਂ ਆ ਰਿਹਾ, ਕੋਈ ਯੂਪੀ ਤੋਂ ਆ ਰਿਹਾ, ਪੂਰਾ ਦੇਸ਼ ਇੱਥੇ ਆਣ ਕੇ ਯੂਨਿਟੀ ਦੇ ਨਾਲ ਇਕੱਠਾ ਹੋਇਆ ਹੈ। ਮਤਲਬ ਕਿ ਜਿਹੜੀ ਰਾਜਨੀਤੀ ਧਰਮ ਤੇ ਨਾਂ ਦੀ ਰਾਜਨੀਤੀ ਕਰਦੀ ਸੀ ਨਾ, ਇਹ ਖਤਮ ਹੋ ਰਹੀ ਹੈ। ਇਹਨਾਂ ਦਾ ਦਿਨ ਥੋੜੇ ਰਹਿ ਗਏ ਆ। ਮੈਂ ਬਾਰ-ਬਾਰ ਕਹਿ ਰਹੀ ਕਿ 2024 ਮਈ ਭਾਜਪਾ ਗਈ, ਹੁਣ ਭਾਜਪਾ ਨਹੀਂ ਆਊਗੀ, ਖਤਮ ਹੋ ਜਾਏਗੀ, ਕਿਉਂਕਿ ਇਹਨਾਂ ਨੇ ਜਿੰਨਾ ਤੰਗ ਕਰ ਦਿੱਤਾ ਨਾ ਸਾਡੇ ਦੇਸ਼ ਦੇ ਯੂਥ ਨੂੰ, ਸਾਡੇ ਦੇਸ਼ ਦੀਆਂ ਅੰਨਦਾਤਾ ਨੂੰ, ਹੁਣ ਇਹ ਸਰਕਾਰਾਂ ਦੁਬਾਰਾ ਨਹੀਂ ਆਉਣਗੀਆਂ। ਮੈਂ ਸੋ ਅਪੀਲ ਕਰਦੀ ਹਾਂ ਜਿਹੜੇ ਦੇਸ਼ ਦਾ ਨੌਜਵਾਨ ਪੀੜ੍ਹੀ ਹੈ, ਜਿਹੜੇ ਦੇਸ਼ ਦਾ ਯੂਥ ਹੈ, ਜਿਹੜੀਆਂ ਮਹਿਲਾਵਾਂ ਹੈ, ਜਿਹੜਾ ਦੇਸ਼ ਦਾ ਕਿਸਾਨ, ਉਹ ਅੱਗੇ ਆਏ, ਆਣ ਕੇ ਸੱਤਾ ਸੰਭਾਲੇ, ਕਿਉਂਕਿ 70-72 ਸਾਲ ਹੋ ਚੁੱਕੇ ਸਾਡੇ ਦੇਸ਼ ਨੂੰ ਆਜ਼ਾਦ ਹੋਏ, ਕੁਛ ਨਹੀਂ ਕੀਤਾ ਸਾਡੇ ਦੇਸ਼ ਨੂੰ। ਸੋ ਖੁਦ ਆਣ ਕੇ ਕਮਾਂਡ ਆਪਣੇ ਹੱਥਾਂ ਵਿੱਚ ਲਓ ਤੇ ਇਹਨਾਂ ਨੂੰ ਜਿਹੜਾ ਹੈ ਬਾਹਰ ਕੱਢੋ ਤੇ ਆਣ ਕੇ ਕਮਾਂਡ ਖੁਦ ਲੈਣ, ਜੇ ਸਾਡਾ ਦੇਸ਼ ਜਿਹੜਾ ਸੁਰੱਖਿਅਤ ਹੱਥਾਂ ਵਿੱਚ ਜਾ ਸਕੇ। ਤਾਂ ਦੇਸ਼ ਜਿਹੜਾ ਆ ਸੁਰੱਖਿਅਤ ਹੱਥਾਂ ਦੇ ਵਿੱਚ ਜਾ ਸਕੇ। ਇਹ ਜਿਹੜੀ ਨੌਜਵਾਨ ਲੜਕੀ ਹੈ ਮਨਪ੍ਰੀਤ ਕੌਰ, ਇਹਨਾਂ ਦਾ ਨਾਮ ਆ, ਗੁਰਦਾਸਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦਾ ਕਹਿਣਾ ਕਿ ਸਾਡੇ ਪਿੰਡੋਂ ਕੋਈ ਤੁਰ ਨਹੀਂ ਰਿਹਾ ਸੀ, ਇਸ ਕਰਕੇ ਜਿਹੜਾ ਆ ਮੈਂ ਇੱਥੇ ਆਈ ਹਾਂ। ਤੇ ਦੇਸ਼ ਦੀ ਜਿਹੜੀ ਸਰਕਾਰ ਆ ਉਹਨੂੰ ਸੋਚਣਾ ਚਾਹੀਦਾ, ਦੇਸ਼ ਦਾ ਅੰਨਦਾਤਾ ਸੜਕਾਂ ਦੇ ਉੱਤੇ ਰੁਲ ਰਿਹਾ ਹੈ। ਸੋ ਸਰਕਾਰ ਨੂੰ ਜਿਹੜਾ ਆ ਜਲਦੀ ਜਿਹੜਾ ਆ ਹੱਲ ਵੱਲ ਧਿਆਨ ਦੇਣਾ ਚਾਹੀਦਾ, ਕਿਉਂਕਿ ਸਰਕਾਰ ਹੱਲ ਵੱਲ ਧਿਆਨ ਨਹੀਂ ਦੇ ਰਹੀ ਤੇ ਅਸੀਂ ਜਿਹੜਾ ਇੱਥੇ ਬਹਿਣ ਦੇ ਲਈ ਮਜਬੂਰ ਹਾਂ। ਤੇ ਜਿਸ ਦੇਸ਼ ਦੀਆਂ ਜਿਹੜਾ ਬੇਟੀਆਂ ਸੜਕ ਦੇ ਉੱਤੇ ਸਰਕਾਰ ਬਹਾ ਰਹੀ ਹੈ, ਤਾਂ ਸਰਕਾਰ ਨੂੰ ਇਸ ਗੱਲ ਦੀ ਸ਼ਰਮ ਕਰਨੀ ਚਾਹੀਦੀ ਹੈ। ਇਹ ਸਾਡੀਆਂ ਧੀਆਂ ਕਹਿ ਰਹੀਆਂ ਨੇ। ਕੈਮਰਾਮੈਨ ਯਾਦਵਿੰਦਰ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਮਰਾ, ਔਨ 에ਅਰ ਚੈਨਲ ਗਾਜ਼ੀਪੁਰ ਬੋਰਡਰ।